ਸਾਰੇ ਹੀ ਵਿਦਿਆਰਥੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਲੈ ਕੇ ਹਾਜ਼ਰ ਹਾਂ 100 ਦਿਨਾਂ ਦੀ ਰਣਨੀਤੀ। ਪੇਪਰ ਤੋਂ ਅਖੀਰਲੇ ਜਿਹੜੇ 100 ਦਿਨ ਹੈ ਉਹਨਾਂ ਦੀ ਆ ਰਣਨੀਤੀ ਹੈ ਭਾਈ। ਅਗਰ ਆਪਾਂ ਮੰਨ ਕੇ ਚੱਲਦੇ ਹਾਂ ਕਿ ਪੇਪਰ ਦੇ ਅੱਗੇ 105 ਜਾਂ 10 ਦਿਨ ਰਹਿ ਗਏ ਤਾਂ ਉਹਨਾਂ ਵਿੱਚੋਂ 4-5 ਦਿਨ ਅਜੇ ਨਿਕਲ ਸਕਦੇ ਹੈ ਜਿਸ ਵਿੱਚ ਆਪਾਂ ਨੂੰ ਕੋਈ ਖਾਸ ਵਜ੍ਹਾ ਹੋਗੀ, ਕੋਈ ਖਾਸ ਕੰਮ ਹੋ ਗਿਆ, ਕਿੱਥੇ ਜਾਣਾ ਪੈ ਗਿਆ ਜਾਂ ਕੋਈ ਬਹੁਤ ਅਰਜੈਂਟ ਹੋਰ ਵੀ ਕੰਮ ਹੈ, 3-4 ਦਿਨ ਉਹ ਖਤਮ ਹੋ ਜਾਂਦੇ ਆ। ਪਰ ਸਭ ਕੁਝ ਅਗਰ ਸਹੀ ਰਹਿੰਦਾ ਹੈ ਤਾਂ ਉਹ ਸਾਰੇ ਦੇ ਸਾਰੇ ਦਿਨ ਆਪਣੀ ਝੋਲੀ ਵਿੱਚ ਪੈ ਜਾਂਦੇ ਨੇ। ਆਪਾਂ ਗੱਲ ਕਰਾਂਗੇ 100 ਦਿਨਾਂ ਦੀ। 100 ਦਿਨ ਦੀ ਕੀ ਰਣਨੀਤੀ ਹੋਵੇ ਕਿ ਆਪਾਂ ਆਪਣਾ ਜਿਹੜਾ ਟੀਚਾ ਮਿਥਿਆ ਹੈ ਉਹਨੂੰ ਪਾ ਸਕੀਏ। ਭਾਵੇਂ ਤੁਸੀਂ ਫਸਟ ਗੇਟ ਦੀ ਤਿਆਰੀ ਕਰ ਰਹੇ ਹੋ, ਸੈਕੰਡ ਗੇਟ ਦੀ ਤਿਆਰੀ ਕਰ ਰਹੇ ਹੋ, ਅਖੀਰਲੇ 100 ਦਿਨਾਂ ਦੀ ਗੱਲ ਕਰਾਂਗੇ। ਉਸ ਤੋਂ ਪਹਿਲਾਂ ਕੀ ਹੈ, ਕਿਉਂਕਿ ਬੇਰੋਜ਼ਗਾਰ ਹੈ ਜਿਹੜਾ ਉਹ ਲਗਾਤਾਰ ਪੜ ਰਿਹਾ ਹੈ ਬਈ, ਲਗਾਤਾਰ ਕਈਆਂ ਨੂੰ ਤਾਂ ਕਈ ਸਾਲ ਹੋ ਗਏ। ਵਰਨਾ ਜਦੋਂ ਦਾ ਇਹ ਰੀਟ ਵਾਲਾ ਸਿਸਟਮ ਚੱਲਿਆ ਤਾਂ ਲਗਭਗ 2-3 ਸਾਲਾਂ ਤੋਂ ਬੱਚੇ ਹੈ ਪੜ੍ਹਾਈ ਨਾਲ ਜੁੜੇ ਹੋਏ ਨੇ। ਮੋਟੇ ਤੌਰ ਤੇ ਆਪਾਂ ਇਹ ਮੰਨ ਕੇ ਚੱਲਦੇ ਹਾਂ ਕਿ ਇਸ ਤੋਂ ਪਹਿਲਾਂ ਬੱਚਿਆਂ ਨੇ ਉਹਨਾਂ ਨੂੰ ਜਿਹੜਾ ਕੋਰਸ ਹੈ ਉਹ ਪੜ੍ਹ ਲਿਆ ਹੋਵੇਗਾ ਭਾਈ। ਕਿਸੇ ਨੇ ਥੋੜਾ ਪੜ੍ਹਿਆ, ਕਿਸੇ ਨੇ ਜ਼ਿਆਦਾ ਪੜ੍ਹਿਆ, ਪਰੰਤੂ ਅਖੀਰਲੇ ਜਿਹੜੇ 100 ਦਿਨ ਹੈ ਉਹ ਇਹ ਨਿਰਧਾਰਿਤ ਕਰਦੇ ਨੇ ਕਿ ਤੁਸੀਂ ਮੈਰਿਟ ਦੇ ਵਿੱਚ ਕਿੱਥੇ ਆਓਗੇ, ਕੀ ਨੰਬਰ ਤੁਹਾਡਾ ਰਹੇਗਾ ਮੈਰਿਟ ਦੇ ਅੰਦਰ। ਅਖੀਰਲੇ 100 ਦਿਨਾਂ ਦੇ ਅੰਦਰ ਆਪਾਂ ਨੂੰ ਪੂਰੀ ਜਿਹੜੀ ਆਪਣੀ ਜਿੰਨੀ ਵੀ ਪਾਵਰ ਹੈ, ਜਾਨ ਹੈ, ਉਹ ਲਗਾ ਦੇਣੀ ਹੈ ਆਪਣੀ ਤਿਆਰੀ ਲਈ। ਇਸ ਤੋਂ ਪਹਿਲਾਂ ਅਗਰ ਤੁਸੀਂ 6 ਘੰਟੇ ਵੀ ਪੜ੍ਹਦੇ ਸੀ, 8 ਘੰਟੇ ਵੀ ਪੜ੍ਹਦੇ ਸੀ ਤਾਂ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ। ਪਰੰਤੂ ਹੁਣ ਅਖੀਰਲੇ 100 ਦਿਨ ਹੈ, ਇਹਨਾਂ ਵਿੱਚ ਆਪਾਂ ਨੂੰ ਜਿਹੜਾ ਪੜ੍ਹਨਾ ਹੈ ਉਹ 10+ ਘੰਟੇ ਪੜ੍ਹਨਾ ਪਊਗਾ ਭਾਈ, ਕਿਉਂਕਿ ਇਹ ਦਿਨ ਬੜੇ ਮਹੱਤਵਪੂਰਨ ਹੈ। ਔਰ ਆਪਣਾ ਮਾਈਂਡ ਸਿਸਟਮ ਹੈ ਜੋ ਕੰਮ ਕਰਦਾ ਹੈ ਉਹ ਵੀ ਇਸ ਹਿਸਾਬ ਨਾਲ ਕੰਮ ਕਰਦਾ ਹੈ। ਮਾਈਂਡ ਸਿਸਟਮ ਬਾਰੇ ਮੈਂ ਇੱਕ ਵੀਡੀਓ ਬਣਾ ਰੱਖੀ ਹੈ, ਉਹ ਤੁਸੀਂ ਵੇਖ ਸਕਦੇ ਹੋ। ਇਸ ਤੋਂ ਪਹਿਲਾਂ ਆਪਾਂ ਜਿੰਨੇ ਪੜ੍ਹੇ ਲਾਸਟ ਵਾਲੇ 100 ਦਿਨ ਚ ਕਿਵੇਂ ਪੜ੍ਹਨਾ, ਕਿਵੇਂ ਆਪਾਂ ਮੈਰਿਟ ਉੱਤੇ ਆਵਾਂਗੇ, ਇਸ ਦੇ ਬਾਰੇ ਗੱਲ ਕਰ ਰਹੇ ਹਾਂ। ਪਹਿਲਾਂ ਆਪਾਂ ਭਾਵੇਂ 5 ਘੰਟੇ ਪੜ੍ਹਦੇ ਰਹੇ, 6 ਘੰਟੇ ਪੜ੍ਹਦੇ ਰਹੇ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈ। ਪਰੰਤੂ ਹੁਣ ਆਪਾਂ ਨੂੰ ਅਵੇਸਲੇ ਨਹੀਂ ਰਹਿਣਾ, ਕਾਫੀ ਪੜ੍ਹਨਾ ਪਵੇਗਾ ਕਿਉਂਕਿ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ, ਲੋਕ ਹੈ ਬਹੁਤ ਜ਼ਿਆਦਾ ਹੁੰਦੇ ਆ। ਤਾਂ ਇਸ ਕਾਰਨ ਆਪਾਂ ਨੂੰ ਉਹਨਾਂ ਸਾਰਿਆਂ ਨੂੰ ਅਗਰ ਪਛਾੜਨਾ ਹੈ ਤਾਂ ਕੁਝ ਖਾਸ ਕਰਨਾ ਪਵੇਗਾ ਤੇ ਉਸ ਲਈ ਜ਼ਿਆਦਾ ਮਿਹਨਤ ਦੀ ਲੋੜ ਹੈ। ਹੁਣ ਆਪਾਂ ਨੂੰ ਕੀ ਕਰਨਾ ਹੈ ਕਿ ਜਿਹੜਾ ਪਹਿਲਾ ਰਾਉਂਡ ਹੈ, ਜਿਹੜਾ ਸਾਰਾ ਸਿਲੇਬਸ ਹੈ ਬਈ, ਕਿਉਂਕਿ ਫਸਟ ਪੇਪਰ ਹੈ ਉਹ ਵੀ ਮਹੱਤਵਪੂਰਨ ਹੈ, 40% ਵਾਲਾ ਜਿਹੜਾ ਅਗਲਿਆਂ ਨੇ ਫੱਟਾ ਲਾਇਆ ਹੈ ਉਸ ਨੂੰ ਵੀ ਆਪਾਂ ਪਾਰ ਕਰਨਾ ਹੈ, ਤੇ ਸੈਕੰਡ ਪੇਪਰ ਹੈ ਉਸ ਦਾ ਵੀ ਧਿਆਨ ਰੱਖਣਾ ਹੈ। ਵਿਸ਼ੇ ਦੇ ਨਾਲ ਨਾਲ ਰਾਜਸਥਾਨ ਜੀਕੇ ਵੀ ਆਪਾਂ ਨੂੰ ਕਰਨਾ ਹੈ, ਦੋਨਾਂ ਦੀ ਹੀ ਚੰਗੀ ਤਿਆਰੀ ਕਰਨੀ ਹੈ। ਨੰਬਰ ਦੇ ਅਨੁਪਾਤ ਚ ਆਪਾਂ ਤਿਆਰੀ ਰੱਖਾਂਗੇ ਬਈ। ਸਬਜੈਕਟ ਦਾ ਵੇਟ ਜ਼ਿਆਦਾ ਹੈ ਤਾਂ ਆਪਾਂ ਨੂੰ ਜ਼ਿਆਦਾ ਸਮਾਂ ਕੱਢਣਾ ਪਵੇਗਾ। ਜੇ ਆਪਾਂ 10 ਘੰਟੇ ਪੜ੍ਹਦੇ ਹਾਂ, ਪਹਿਲੇ 60 ਦਿਨ ਆਪਾਂ ਨੂੰ 10 ਘੰਟੇ ਪੜ੍ਹਨਾ ਪਊਗਾ ਬਈ ਕੰਪੀਟੀਸ਼ਨ ਅੰਦਰ ਰਹਿਣ ਵਾਸਤੇ। ਉਸ ਤੋਂ ਘੱਟ ਵੀ ਪੜ੍ਹਦੇ ਹੋ 1-ਅੱਧਾ ਘੰਟਾ ਤਾਂ ਵੀ ਕੋਈ ਦਿੱਕਤ ਨਹੀਂ ਹੈ, ਚੱਲ ਜਾਵੇਗਾ। ਪਰੰਤੂ ਤੋਂ 8 ਤੋਂ ਲੈ ਕੇ 10 ਘੰਟੇ ਆਪਾਂ ਨੂੰ ਸਮਾਂ ਜ਼ਰੂਰ ਕੱਢਣਾ ਹੈ ਭਾਈ, ਤਾਂ ਕਿ ਵੈਕੈਂਸੀਆਂ ਗਿਣਤੀ ਦੀਆਂ ਹੁੰਦੀਆਂ, ਪੰਜਾਬੀ ਵਿੱਚ ਵੀ ਗਿਣਤੀ ਦੀਆਂ ਵੈਕੈਂਸੀਆਂ, ਤਾਂ ਉਸ ਕਾਰਨ ਕੰਪੀਟੀਸ਼ਨ ਤਾਂ ਬਣਦਾ ਹੀ ਹੈ। ਤਾਂ ਉਸ ਕਾਰਨ ਆਪਾਂ ਨੂੰ ਸੁਚੇਤ ਰਹਿਣਾ। ਜਿਹੜਾ ਪਹਿਲਾਂ ਤੁਸੀਂ ਪੜ੍ਹ ਲਏ ਉਸ ਤੋਂ ਗਾਂ ਜੋੜਦੇ ਹੋਏ ਦੀ ਮੈਂ ਗੱਲ ਕਰ ਰਿਹਾ ਕਿ ਹੁਣ ਜਿਹੜੇ 60 ਦਿਨ ਨੇ, ਇਸ 60 ਦਿਨ ਦੇ ਅੰਦਰ ਇੱਕ ਪੂਰਾ ਰਾਉਂਡ ਲੈਣਾ ਆਪਣੇ ਸਿਲੇਬਸ ਦਾ। ਸਿਲੇਬਸ ਦਾ ਇੱਕ ਪੂਰਾ ਰਾਉਂਡ ਲਓ ਬਈ, ਜਿੰਨਾ ਵੀ ਸਿਲੇਬਸ ਹੈ ਉਸ ਦਾ ਚੰਗੀ ਤਰ੍ਹਾਂ ਰਾਉਂਡ ਲਓ, ਕਿਉਂਕਿ ਪਹਿਲਾਂ ਤੁਸੀਂ ਪੜ੍ਹ ਚੁੱਕੇ ਹੋ ਤਾਂ 60 ਦਿਨਾਂ 'ਚ ਦਿੱਕਤ ਆਊਗੀ ਨਹੀਂ। ਔਰ ਜੇ ਪਹਿਲਾਂ ਨਹੀਂ ਪੜ੍ਹਿਆ ਹੋਇਆ ਤਾਂ ਤੁਹਾਡਾ ਜ਼ੋਰ ਜ਼ਿਆਦਾ ਲੱਗੇਗਾ, ਜ਼ਿਆਦਾ ਸਮਾਂ ਤੁਹਾਨੂੰ ਕੱਢਣਾ ਪੈ ਸਕਦਾ। ਪਰੰਤੂ ਜੇ ਪਹਿਲਾਂ ਪੜ੍ਹਿਆ ਹੋਇਆ ਕਾਫੀ ਕੁਛ ਜਾਂ ਥੋੜਾ ਬਹੁਤ, ਤਾਂ 60 ਦਿਨਾਂ ਦੇ ਅੰਦਰ ਪਹਿਲਾ ਰੀਡਿੰਗ ਹੈ ਜੋ ਉਹ ਆ ਜਾਵੇਗੀ। ਹੁਣ ਕੀ ਕਰਨਾ ਹੈ, ਅਗਲੇ 30 ਦਿਨਾਂ ਦੇ ਅੰਦਰ ਦੁਬਾਰਾ ਦਬ ਕੇ ਦੂਜੀ ਰੀਡਿੰਗ ਦੇਣੀ ਹੈ। ਔਰ ਦੂਜੀ ਰੀਡਿੰਗ ਦੇਣ ਵਾਸਤੇ ਆਪਾਂ ਨੂੰ ਜਿਹੜਾ ਸਮਾਂ ਹੈ 10 ਘੰਟੇ ਤੋਂ ਇੱਥੇ 12 ਤੋਂ ਲੈ ਕੇ 14 ਘੰਟੇ ਆਪਾਂ ਨੂੰ ਕਰਨਾ ਪਵੇਗਾ। ਘੱਟ ਤੋਂ ਘੱਟ ਤੁਸੀਂ ਇੱਥੇ
11 घंटे 12 घंटे 13 घंटे तक पढ़ो भाई, परंतु एक चीज का ध्यान रखना है, अपनी सेहत का खास ध्यान रखना है भाई। अगर सेहत स्वास्थ्य है, किसी प्रकार की कोई दिक्कत नहीं आ रही, आपको थकावट महसूस नहीं हो रही, क्योंकि पिछे अगर तुम 8 10 पिछे 6 घंटे पढ़ रहे थे, 8 घंटे पढ़ रहे थे, इतने 8 10 घंटे पढ़ोगे तो इतने 12 घंटे हो जाएगा, कोई दिक्कत वाली गल नहीं है। परंतु एवं भी नहीं आपको शरीर को परेशान करना है, शरीर को आप जिन्ना तुहाडा सीटिंग है भाई 12 घंटे के आसे पासे बैठ रही है, 10 घंटे 12 घंटे तो इतने अपना चल जूगा कम। पर हुण की लास्ट वाले दिन सीटिंग आपको बढ़ानी पवेगी, क्योंकि सारा कोर्स है उसको 1 महीने के अंदर कवर करना है। वो इसलिए कवर करना है क्योंकि अपना जो माइंड सिस्टम है वो इस तरीके का कि महीने वाला जोड़ा है, महीने पिछे आप जो पढ़िया होंगे उस जी धुंधलाहट होती है वो घट होती है भाई। जे किसी भी कोई भी अगर आप दौरान करते हैं वो महीने तो पहले का तो धुंधलाहट ज्यादा हो जूगी। 50-50 वाले क्वेश्चन ने वो थोड़े उनकी संख्या वध हो जाएगी भाई, 20% तो लैके 30% भी हो सकती है। परंतु जिथे तुम आ 2 रीडिंग दित्तियां दी तो फिर 50-50 वाला जोड़ा धुंधलाहट हैगी है वो खत्म हो जाएगी थोड़ी। तो इत्थे आपां की करना है, कंपटीशन आज के दौर पर ज्यादा है तो आपां इत्थे 12 तो लैके 14 घंटे पढ़ना। शरीर का ध्यान रखना है, अगर शरीर अपना 10-12 घंटे कह रहा है 10-12 घंटे पढ़ना, ज्यादा शरीर धक्का नहीं करना, किधर एवं ना हो कि अपनी अगले दिन आप 2 घंटे भी ना पढ़ सकी। पढ़न का तुहाडा खुद सिस्टम है, तुसीं भावें राती पढ़ो, दिने पढ़ो, सवेरे पढ़ो, शाम पढ़ो, जो मर्जी पढ़ो, उसकी कोई चक्कर आई नहीं। पूरे 24 घंटे के अंदर तुहाडा इन्ना टाइम आना चाहिए और आ टाइम है जो 100% वाला टाइम होना चाहिए। एवं नहीं कि अपने अगे किताब पई हैगी आप लगातार सोचते रहे, एवं करते रहे, उवें करते रहे, आप 14 घंटे बैठे रहे, परसों उस विचों आया कुछ भी नहीं निकल के। ये जो तुम अगर 14 घंटे लगातार सीटिंग देने हो, लगातार या विचों छड्ड के जिवें तुहाडा जी करे, घंटे घंटे बाद 10 मिनट का रेस्ट कर लो, 2 घंटे बाद कोई 10 मिनट का रेस्ट कर लो, जिवें तुहानूं चंगा लगे, जिवें तुहाडा शरीर मनांदा है, जिवें तुसीं पढ़दे हो उस तरीके नाल पढ़न का तरीका वही रखना जिहड़ा तुसीं रखदे हो भाई, बदलण की लोड़ नहीं है भाई मैं सवेरे उठा ज्यादा याद जूगा, शामी उठा नहीं, अपना अपना अगला ने दिमागी तौर तो सिस्टम सारा बना रखा होंगे, उसी को फॉलो करना है। इन्ना पढ़ना जरूरी है अगर रैंक लैके आना है। हुण उस तो बाद जिहड़े लास्ट वाले 10 दिन है इस विच दोबारा आपां एक तीजी रिवीजन देनी है। आ जिहड़ा तीजा राउंड है तो इस अंदर आप सारा जिहड़ा पाठक्रम है उसनूं 10 दिनों के अंदर लैके आना है भाई, सारे पाठक्रम। हुण इत्थे आपां नूं 15 घंटे पढ़ना पऊगा, 14 घंटे पढ़ लो, 13 घंटे पढ़ लो, तो भी कोई दिक्कत वाली गल नहीं, 13 घंटे का घट तो घट पढ़ना पऊगा, तां जाके 10 दिनों रिवीजन आऊगी। लास्ट वाले 10 दिनों अंदर हफ्ते अंदर अगर आप रिवीजन मारते हैं, अपना माइंड सिस्टम इस तरीके का होंगे कि 7 दिन वाली चीज़ां आप भुलते नहीं है, आप नहीं भूलांगे, क्योंकि सिस्टम माइंड सिस्टम ही है कि उत्थे फिर की है कि 50-50 वाले सिस्टम से तुसीं नहीं जाओगे, तुहाडा जिहड़ा सब कुछ स्पष्ट दिखूगा, प्रश्न का विश्लेषण भी सही ढंग नाल होगा, और जिहड़ा फैक्चुअल पर्सन है तत्थ तो समझदा तो तत्थ भी तुहानूं याद रहणगे, उन्हां विच आ नहीं होगा 50-50 तुसीं चले जाओ। और कंसैप्ट तो बंदा वैसे ही लेट भुलदा है, फैक्ट याद रहेंगे, फैक्ट वाले क्वेश्चन है जिहड़े वो भी अपने गलत होने की संभावना घट रहेगी। हुण की एक दिन रह गया पेपर अगे, हुण मार काट नहीं मचानी पई, कल पेपर है, अज चंगी तरह रेस्ट करो, दबा के रेस्ट करो, जिन्ना रेस्ट कर सकते हो उन्ना रेस्ट करो, कल आप पेपर देना। जिहड़ा पेपर तो एक दिन पहले है, जे तुसीं नहीं पढ़ते तो कोई दिक्कत वाली गल नहीं, और जे तुसीं पढ़ते हो तो 5-6 घंटे पढ़ लो, बस बहुत है। पर इस दिन देना रेस्ट ते जोर, क्योंकि कल वो दिन चढ़ेगा जिस दिन अपनी तकदीर बदलेगी, आप तकदीर लिखांगे। एक दिन पहला टका के रेस्ट करो, थोड़ा बहुत पढ़ लो भाई, जिन्ना 5 घंटे के लमसम, शरीर नूं दिमाग नूं पूरा और शरीर नूं पूरा रेस्ट दो, ताकि बॉडी है जिहड़ी और दिमाग है बिल्कुल तरोताजा हो जाए। दिमाग च चीज़ां नहीं लाना मैं भुल रहे हैं, मैं भुल गया, मैं इन्ना कीता, नहीं, सारे भुलते हैं, और जे कोई कहे मैं नहीं भुलता वो झूठ बोलता है, क्योंकि माइंड का सिस्टम ही है। बंदा जो याद करता है तत्थ, अगर तुम याद करते हो तो तत्थ भुल जाता है बंदा, कंसैप्ट है चलो लेट भुलता है वो एक वक्री गल है। तो इसलिए जो आप ऐसी रिवीजन दी होगी तो आपको दिक्कत नहीं आएगी। हुण जे पेपरों के गैप आ जाता है, एक पेपर है जो पहला है भाई, दूजे पेपर के मान लो दूजे दिन ही आ गया तो बिल्कुल सैट है प्रोग्राम,
होर जे किते दूजा पेपर 7-8 दिन बाद आंदा है तो आपां की करांगे, जेडे पहले इन्हां चों 4-5 दिन वो सिर्फ जेड़ा अपना पहला पेपर आया जीके का आया तो उस जीके के पेपर नूं 4-5 दिन तैयारी करनी है बस टका के, उसी पेपर के उत्ते फोकस करना है, उनकी 4 दिन तैयारी करके वो पेपर देना है। फिर अगले पेपर फिर आपां नूं 6 दिन मिल गए तो वो की कहते हैं 6 दिन फिर आपां वो सिर्फ और सिर्फ सब्जैक्ट पढ़ना है और सब्जैक्ट का पर लास्ट वाले जेडे 1 दिन 2 दिन होंगे उत्थे जिहड़ी संख्या है 15 घंटे तो कटा के तुहानूं 12 घंटे करनी पऊगी। सर पूरी नींद लेनी है, पूरी टका के नींद रोज टका के लेनी है भाई, कम से कम 7 घंटे नींद लो, दिने भी घंटा 2 घंटा नींद लो, राती भी तुसी नींद लो, क्योंकि आ घंटे जेडे वैसे भी 15 घंटे निकल के आ जाएंगे। नींद नाल कोई समझौता नहीं करना, रात को 6-7 घंटे सो, जो भी सोने हो तुसी जेड़ा भी तुहाडा शेड्यूल है, दिने भी अगर नींद आ जाए तो दोबारा बंदा फ्रैश हो जाता है और फिर दोबारा पढ़ता है तो बहुत नज़ारे आते हैं पढ़ने च। तो यह नींद का भी टाइम रखना जो 8 घंटे के नेड़े तेड़े रखना ताकि शरीर बिल्कुल तरोताजा रहे। कोई 15-20 मिनट एक्सरसाइज अगर तुम करते हो आधा घंटा तो वह भी बड़ी लाहेवंद होगी। इस तरीके आप है जो तैयारी करनी है भाई। हुण उस तो बाद पेपर वाले दिन नहीं पढ़ना, पेपर तो 1 दिन पहला आप है जो ओ बिल्कुल थोड़ा पढ़ना है, शरीर नूं पूरी रेस्ट देनी है। पेपर वाले दिन कोई मत्था नहीं मारना, सिर्फ अपने परमात्मा का नाम मां प्यो का आशीर्वाद लेना और पॉजिटिव सोचना है और सोचना है कि मैं कर दूंगा भाई एक बार। क्योंकि मेरा मानना यह है कि देखो रिजल्ट तो पहला नेगेटिव ना सोचो, चंगा सोचो, अपना चंगा रिजल्ट रहूगा, पॉजिटिव एनर्जी आऊगी, दिमाग पॉजिटिव काम करूंगा और अपना सिलेक्शन हो जाएगा। और जिस दिन रिजल्ट आऊगा उस दिन देखांगे ना, उस तो पहला रोज क्यों दुखी होइए, रोज नहीं परेशान होना, रोज खुश रहना है बिल्कुल। और इस तरीके जो तुम रीडिंग मारोगे एकदम तुम्हारे अंदर पॉजिटिव एनर्जी आऊगी, तो सोचोगे मेरी तैयारी बहुत है और एक बार मेरा नाका लग जाएगा और ईजा ही होवेगा। हुण की करना है कि देखो जो आप 100 दिनों की गल करते हैं तो इनके आप फिर फालतू का कुछ नहीं पढ़ सकते। जो भी आप फालतू पढ़िया पहला पढ़ लिया भाई, या इस 60 दिनों के अंदर तुम कर सकते हो थोड़ा जो कुछ भी तुम पढ़ना है वो। और एक चीज ध्यान रखनी है, आप पढ़ना सिलेबस ही है, सिलेबस तो बाहर 1 इंच भी बाहर नहीं जाना, आप सिलेबस के अंदर रहना है, टका के सिलेबस तैयार करना है, सिर्फ सिलेबस ही पढ़ना, सिलेबस तो बाहर नहीं भी आ भी आजूगा आ भी आजूगा आ भी आजूगा, नहीं कुछ भी आ जाए अपने कोई दिक्कत नहीं। सिलेबस तो बाहर पहली गल तो देंगे ही नहीं, सिलेबस के विच ही की कहते हैं कि उत्ते थले करते रहते हैं। पद्धर है जो सीनियर सैकेंडरी का चक के BA का करता, MA का करता, BA के पद्धरों चक के MA का करता, उत्ते लै गए तो यह जरूर करते रहते हैं, परंतु एवं नहीं, या कुछ चीज छड़ देंगे और कुछ चीज चो ज्यादा पुछ लेंगे, कुछ चो घट पुछ लेंगे, एवं जरूर करते हैं, पर सिलेबस तो बाहर है जो वो नहीं जाते। तो अपने जो भी करना सिलेबस के अंदर ही करना है, सिलेबस तो बाहर कुछ भी नहीं करना। और इत्थे तुसी अगर जो कुछ भी पढ़ना चाहते हो भाई, जो भी किताबां तुसी पढ़ी है, जो भी तुम सोच रखे भाई मैं आ किताबां पढ़ लवां, चलो ये भी किताब पढ़ ला, होंगे अंडरलाइन वगैरह ला लवां मैं, कई अंडरलाइन लाते हैं, कई अपने नोट्स बनाते हैं, कई सरां दे नोट्स पढ़ते हैं, जो भी तुहाडी रणनीति है वो इत्थे तक बस रहन देनी है तुसी बस। इस तो बाद जो लास्ट वाले 40 दिन है इन्हां विच आपां ओही चीज पढ़नी है, बार बार ओही चीज पढ़नी है जो आपां तैयार की है, तुसी अपने नोट्स तैयार किए, तुसी रणनीति बनाई है, बुक्स के अंदर अंडरलाइन किया है, या कोई 2-3 बुक्स है तुसी डिसाइड कर ली भाई मैं तो आही पढ़नी है, तो ये अखीरले जो 40 दिन है उन्होंने मैं आ पढ़ ला, मैं वो पढ़ ला, मैं ये पढ़ ला, आ नहीं करना भाई, इन्हों तो बचो। क्योंकि इस तरह की होगा कि माइंड बार बार ऐ होता है, उस तरह जी दिमाग की पावर है, शक्ति है जी वो खराब होती है, दिमाग फटता है। आप रखना बिल्कुल तारा इधर और चक देना काम, आ सिस्टम रखना है। तो इत्थे आप सिर्फ वो पढ़ांगे नोट्स जेडे तुहाडे कोल उपलब्ध है, या तुसी खुद बनाए है, या फिर कई नोट्स नहीं बनाते, कई किताबों के विच अंडरलाइन करते रहते हैं, उसी अंडरलाइन नूं जो है तुसी पढ़ना है, उन्होंने ही उसी नूं चंगी तरह रिवीजन देना भाई। इस 30 दिनों के अंदर जो तुहाडा सैकंड रिवीजन होगा उन्होंने ही पढ़ना है और चंगी तरह अपने ध्यान च रहे ऐ जा पढ़ना। भला तुसी कहानी बनाते हो, भला तुसी उन्होंने ट्रिक नाल जोड़ते हो, भावें तुसी ट्रिक नहीं जोड़ते, कुछ भी नहीं करते, तुहाडा अपना तरीका है, तुसी सीधा ही कर देंगे हो,
ਉਹ ਸਭ ਤਰੀਕੇ ਤੁਹਾਡੇ ਖੁਦ ਦੇ ਜਿਹੜੇ ਤੁਸੀਂ ਅਪਣਾਉਂਦੇ ਹੋ ਉਸੇ ਤੇ ਚੱਲਣਾ ਹੈ, ਕਿਉਂਕਿ ਇੰਨੇ ਸਾਲਾਂ ਤੋਂ ਇੱਕ ਲੰਬਾ ਅਭਿਆਸ ਤੁਹਾਨੂੰ ਇਸ ਚੀਜ਼ ਦਾ ਹੈਗਾ ਹੈ। ਹੁਣ ਲਾਸਟ ਵਾਲੇ 10 ਦਿਨ ਉਹੀ ਕਰਨਾ ਹੈ ਜਿਹੜਾ ਆ 30 ਦਿਨ ਆਪਾਂ ਲਗਾਤਾਰ ਪੜ੍ਹਿਆ ਹੈ, ਔਰ ਆਪਾਂ ਇੱਕ ਕ੍ਰਾਈਟੇਰੀਆ ਜਿਹਾ ਬਣਾ ਲਿਆ, ਅਪਰੋਚੇਬਲ ਕ੍ਰਾਈਟੇਰੀਆ ਬਣਾ ਲਿਆ, ਬਈ ਆਪਾਂ ਆਹੀ ਪੜ੍ਹਨਾ, ਇਹਦੇ ਵਿੱਚੋਂ ਕੁਝ ਵੀ ਆ ਗਿਆ ਤਾਂ ਆਪਣਾ ਗਲਤ ਨਹੀਂ ਹੋਵੇਗਾ, ਆਪਾਂ ਗਲਤ ਨਹੀਂ ਹੋਣ ਦੇਣਾ, ਭਾਵੇਂ ਉਹ ਤਥਿਆਤਮਕ ਆਵੇ, ਭਲਾ ਆਪਾਂ ਜੋ ਯਾਦ ਕੀਤਾ ਆਪਣੇ ਨੋਟਸ ਚੋਂ ਵਿਸ਼ਲੇਸ਼ਣਾਤਮਕ ਆਵੇ, ਆਪਾਂ ਗਲਤ ਨਹੀਂ ਹੋਣ ਦੇਵਾਂਗੇ, ਔਰ ਨਾ ਹੀ ਆਪਣਾ ਗਲਤ ਹੋਵੇਗਾ, ਐਵੇਂ ਸੋਚਣਾ ਹੈ, ਆਪਣਾ ਗਲਤ ਨਹੀਂ ਹੋਵੇਗਾ। ਹੁਣ ਆਪਾਂ ਕੀ ਕਰਨਾ ਹੈ ਕਿ ਜਿਹੜੀ ਤਿਆਰੀ ਹੈ, ਜਿਹੜੀ ਆਹ ਤਿਆਰੀ ਹੈ ਲਾਸਟ ਵਾਲੇ 40 ਦਿਨਾਂ ਦੀ, ਇਸ ਦੇ ਵਿੱਚ ਪੂਰਾ ਆਪਣੇ ਆਪ ਦਾ 100% ਦੇਣਾ ਬਈ, ਜ਼ਿਆਦਾ ਤੋਂ ਜ਼ਿਆਦਾ ਪੜ੍ਹਨਾ, ਜਿੰਨਾ ਸਰੀਰ ਮਨਾਵੇ, ਧੱਕਾ ਨਹੀਂ ਕਰਨਾ ਸਰੀਰ ਦੇ ਨਾਲ। ਆਪਾਂ ਕੀ ਪੜਾਂਗੇ, ਪੰਜਾਬੀ ਵਿਸ਼ੇ ਦੀ ਗੱਲ ਕਰੀਏ, ਨੋਟਸ ਪੜਾਂਗੇ ਬਈ, ਆਪਣੇ ਜਿਹੜੇ ਨੋਟਸ ਆ ਉਹ ਕਮ ਸੇ ਕਮ 800 ਪੇਜਾਂ ਦੇ ਨੇੜੇ ਤੇੜੇ ਹੈਗੇ ਆ, ਤੇ ਤੁਹਾਡੇ ਜਿਹੜੇ ਅਗਰ ਤੁਸੀਂ ਨੋਟਸ ਬਣਾਏ ਦੇ ਹੈ ਔਰ ਕਿੱਥੋਂ ਅਵੇਲੇਬਲ ਹੈ ਤੁਹਾਨੂੰ, ਜਾਂ ਤੁਸੀਂ ਖੁਦ ਬਣਾਏ ਦੇ, ਤਾਂ ਇੱਕ ਚੀਜ਼ ਧਿਆਨ ਰੱਖਣੀ ਹੈ, ਜਿਹੜਾ ਨੋਟਸ ਆ ਅਪਰੋਚੇਬਲ, ਜਿਹੜਾ ਤੁਸੀਂ ਮੈਟਰ ਤਿਆਰ ਕੀਤਾ ਹੈ, ਨੋਟਸ ਤਿਆਰ ਕੀਤੇ ਹੈ, ਜੋ ਤੁਸੀਂ ਪੜਿਆ ਅਪਰੋਚੇਬਲ ਹੋਣਾ ਚਾਹੀਦਾ, ਮੈਰਿਟ ਨੂੰ ਅਪਰੋਚ ਕਰਨੀ ਚਾਹੀਦੀ ਹੈ, ਤੁਹਾਡੀ ਆਹ ਚੀਜ਼ ਹੈ, ਮੈਰਿਟ ਨੂੰ ਅਪਰੋਚ ਕਰਨੀ ਚਾਹੀਦੀ, ਇੰਨਾ ਜ਼ਰੂਰ ਪੜੋ ਕਿ ਜਿੱਥੇ ਆਹ ਮੈਰਿਟ ਰਹਿੰਦੀ ਹੈ, ਕੋਈ ਵੀ ਮੈਰਿਟ ਰਹੇ ਬਾਈ, ਕੋਈ ਵੀ ਮੈਰਿਟ ਰਵੇ, ਜੇ ਸੌਖਾ ਪੇਪਰ ਆਊਗਾ ਤਾਂ ਮੈਰਿਟ ਥੋੜੀ ਹਾਈ ਹੋ ਜਾਊਗੀ, ਜੇ ਔਖਾ ਪੇਪਰ ਆਊਗਾ ਤਾਂ ਡਾਊਨ ਹੋ ਜਾਊਗੀ, ਬਸ ਸਿੰਪਲ ਜੀ ਗੱਲ ਹੈ। ਪੇਪਰ ਔਖਾ ਆਵੇ ਸੌਖਾ ਆਵੇ ਇਸ ਨਾਲ ਕੁਝ ਨਹੀਂ ਕਰਨਾ। 2011 ਦਾ ਪੇਪਰ ਆਇਆ ਸੀਗਾ ਜਿਸ 'ਚ ਮੈਂ ਲੱਗਿਆ ਸੀਗਾ, ਪੰਜਾਬੀ ਦਾ ਪੇਪਰ ਬਹੁਤ ਸੌਖਾ ਸੀ, ਲੋਕਾਂ ਦੇ ਬਹੁਤ ਨੰਬਰ ਬਣੇ, ਸਾਰਿਆਂ ਦੇ ਹੀ ਬਹੁਤ ਨੰਬਰ ਬਣੇ, ਸਾਡੇ ਹੀ ਬਹੁਤ ਨੰਬਰ, ਉੱਥੇ ਕੀ ਹੈ ਬਹੁਤ ਤੋਂ ਬਹੁਤ ਨੰਬਰ ਵਾਲਿਆਂ ਦਾ ਸਿਲੈਕਸ਼ਨ ਹੋਇਆ ਸੀਗਾ, ਔਰ ਇੰਨਾ ਸੌਖਾ ਪੇਪਰ ਆਇਆ ਸੀ ਕਿ ਉੱਥੇ 150 ਵਿੱਚੋਂ ਜੇ ਕਿਸੇ ਦੇ 15 ਕੁਐਸਚਨ ਵੀ ਗਲਤ ਹੋ ਗਏ ਤਾਂ ਬਹੁਤ ਵੱਡੀ ਗਲਤੀ ਸੀ। ਜੇ ਫਸਟ ਪੇਪਰ ਕਿਸੇ ਦਾ ਕਮਜ਼ੋਰ ਸੀ ਤਾਂ ਉਹਦਾ ਨੰਬਰ ਨਹੀਂ ਆਇਆ। 2008 ਵਾਲਾ ਪੇਪਰ ਕੀ ਸੀ, ਥਰਡ ਗ੍ਰੇਡ ਜਿਸ 'ਚ ਮੈਂ ਲੱਗਿਆ ਸੀ, ਉਹ ਪੇਪਰ ਬਹੁਤ ਔਖਾ ਸੀਗਾ, ਮੈਂ ਟੌਪ 100 'ਚ ਆਇਆ ਸੀਗਾ ਉਦੋਂ, ਔਰ ਫਿਰ ਔਖਾ ਪੇਪਰ ਸੀਗਾ, ਮੈਰਿਟ ਡਾਊਨ ਰਹੀ, ਚੰਗਾ ਮੇਰਾ ਸਕੋਰ ਸੀਗਾ ਬਈ, ਉਦੋਂ ਮੈਰਿਟ ਹੀ ਬਹੁਤ ਡਾਊਨ ਰਹੀ ਸੀ, ਕਟ ਆਫ ਤੋਂ ਮੈਂ ਕਾਫੀ ਉੱਤੇ ਸੀਗਾ। ਪੇਪਰ ਸੌਖਾ ਆਵੇ ਔਖਾ ਆਵੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ, ਤੁਹਾਡੀ ਤਿਆਰੀ ਕੀ ਜੀ ਉਹ ਮਾਇਨੇ ਰੱਖਦੀ ਹੈ। ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਜਿਹੜੀ ਹੱਡ ਬੀਤੀ ਹੈ ਮੇਰੀ, ਜਿਸ ਤਰੀਕੇ ਨਾਲ ਮੈਂ ਪੜ੍ਹਦਾ ਮੈਂ ਉਸ ਤਰੀਕੇ ਨਾਲ ਤੁਹਾਨੂੰ ਸ਼ੇਅਰ ਕੀਤਾ ਹੈਗਾ, ਇਹ ਐਵੇਂ ਨਹੀਂ ਮੈਂ ਕਿੱਥੋਂ ਦੇਖ ਲਿਆ ਕਰ ਲਿਆ, ਇਹ ਹੈ ਮੇਰੀ ਜੋ ਰਣਨੀਤੀ ਰਹਿੰਦੀ ਹੈ, ਇਸ ਤਰੀਕੇ ਨਾਲ ਮੈਂ ਕਮ ਸੇ ਕਮ 5 ਵਾਰ ਸਫਲਤਾ ਹਾਸਲ ਕੀਤੀ ਹੈ ਇसी ਪॉलिसी ਦੇ ਨਾਲ। ਮੇਰਾ ਰੈਂਕ ਵੀ ਕੀ ਦਾ ਟੌਪ ਆਇਆ, ਸੈਕੰਡ ਗ੍ਰੇਡ ਟੌਪ 10 ਆਇਆ। ਉਸ ਤੋਂ ਬਾਅਦ ਹੁਣ ਜਦੋਂ ਮੈਂ ਕਾਲਜ ਲੈਕਚਰ ਲੱਗਿਆ ਤੇ ਇੱਕ ਹੀ ਸੀਟ ਸੀ, ਬਸ 2 ਸੀਟਾਂ ਹੋ ਗਈਆਂ, 2 ਸੀਟਾਂ 'ਚ ਆਣਾ ਇਹ ਮੇਰੇ ਲਈ ਬੜੀ ਮਾਣ ਦੀ ਗੱਲ ਹੈ ਭਾਈ, ਔਰ ਪਰਮਾਤਮਾ ਦੀ ਕਿਰਪਾ ਸਦਕਾ ਹੋਇਆ ਹੈ। ਪੋਜ਼ਿਟਿਵ ਸੋਚਣਾ, ਆਪਣੇ ਘਰ ਵਾਲਿਆਂ ਦਾ ਵੀ ਆਸ਼ੀਰਵਾਦ ਲੈਣਾ ਬਾਈ, ਕਿਉਂਕਿ ਉਹ ਆਸ਼ੀਰਵਾਦ ਦੇਣਗੇ, ਉਹ ਪੋਜ਼ਿਟਿਵ ਰਹਿਣਗੇ, ਆਪਾਂ ਪੋਜ਼ਿਟਿਵ ਰਹਾਂਗੇ, ਖੁਸ਼ੀਆਂ ਜਿਹੀਆਂ ਰਹਿਣਗੀਆਂ, ਆਪਣੇ ਆਪ ਉਹ ਚੀਜ਼ਾਂ ਕੰਮ ਕਰਨਗੀਆਂ, ਆਪੇ ਆਪਾਂ ਜ਼ਿਆਦਾ ਪੜਾਂਗੇ, ਆਪਣਾ ਹੌਸਲਾ ਬਣੇਗਾ ਔਰ ਪ੍ਰਮਾਤਮਾ ਆਪਣਾ ਸਾਥ ਦੇਵੇਗਾ। ਹੁਣ ਆਪਾਂ ਕੀ ਕਰਨਾ ਹੈ, ਲਾਸਟ ਵਾਲੇ 40 ਦਿਨਾਂ 'ਚ ਕੀ ਪੜਨਾ ਹੈ, ਆਲਤੂ ਫਾਲਤੂ ਕੁਝ ਨਹੀਂ ਪੜਨਾ, ਜਿਹੜਾ ਮੈਟਰ ਆਪਾਂ ਇਕੱਠਾ ਕੀਤਾ, ਜਿਸ ਨੂੰ ਆਪਾਂ ਲਗਾਤਾਰ ਆਪਾਂ ਸੋਚ ਰੱਖਿਆ ਬਈ ਇਸੀ ਦੇ ਵਿੱਚੋਂ ਆਪਾਂ ਵੱਡਾ ਕਾਰਨਾਮਾ ਕਰਨਾ ਹੈ। ਨੋਟਸ ਪੜ੍ਹਨੇ ਆ, ਨੋਟਸ ਤੋਂ ਬਾਅਦ 9ਵੀਂ ਤੋਂ ਲੈ ਕੇ 12ਵੀਂ ਇਹ ਕਿਤਾਬਾਂ, ਕਿਉਂਕਿ ਆਪਾਂ ਸੀਨੀਅਰ ਟੀਚਰ ਜਾਂ ਲੈਕਚਰਰ ਲੱਗਾਂਗੇ, ਸੀਨੀਅਰ ਟੀਚਰ ਤੇ ਲੈਕਚਰਰ ਦੋਨੋਂ ਹੀ ਉਹ ਕੀ 9ਵੀਂ 10ਵੀਂ ਨੂੰ ਪੜਾਵੇਗਾ ਭਾਈ, ਸੀਨੀਅਰ ਟੀਚਰ ਹੋਵੇਗਾ, ਜੇ ਉੱਥੇ ਲੈਕਚਰਰ ਨਹੀਂਗਾ ਤਾਂ ਉਹ 11ਵੀਂ 12ਵੀਂ ਨੂੰ ਹੀ ਪੜਾਵੇਗਾ, ਇਹ ਹੋ ਸਕਦਾ ਹੈ। ਜੇ ਲੈਕਚਰਰ ਹੈ ਤਾਂ 11ਵੀਂ 12ਵੀਂ ਨੂੰ ਥੱਲੇ ਵਾਲੀ ਕਲਾਸਾਂ ਨੂੰ ਪੜਾਊਗਾ। ਤਾਂ ਇਸ ਕਾਰਨ ਆਪਾਂ ਨੂੰ 9ਵੀਂ ਤੋਂ 12ਵੀਂ ਦੀ ਕਿਤਾਬਾਂ ਚੰਗੀ ਤਰ੍ਹਾਂ ਆਉਣੀਆਂ ਚਾਹੀਦੀਆਂ, ਐਵੇਂ ਨਾ ਹੋਵੇ ਉਸ ਚੋਂ ਪ੍ਰਸ਼ਨ ਆਵੇ ਆਪਣਾ ਗਲਤ ਹੋ ਜਾਏ, ਇਹ ਮਾਫੀ ਹੈ, ਮਾਫ ਕਰਨ ਯੋਗ ਨਹੀਂ ਹੈ। ਨੋਟਸ ਚੋਂ ਕੁਛ ਆਇਆ ਆਪਣਾ ਗਲਤੀ ਨਹੀਂ ਹੋਣੀ ਚਾਹੀਦੀ, 9ਵੀਂ ਤੋਂ ਬਾਹਰ ਚ ਆਇਆ, ਇਹ ਚੀਜ਼ਾਂ ਆਪਾਂ ਨੂੰ ਚੰਗੀ ਤਰ੍ਹਾਂ ਧਿਆਨ ਚ ਹੋਣੀਆਂ ਚਾਹੀਦੀਆਂ। ਉਸ ਤੋਂ ਬਾਅਦ BA ਲੈਵਲ ਦੇ ਅੰਦਰ ਜੋ ਵੀ ਕਿਤਾਬਾਂ ਹੈ ਉਹ ਤੁਸੀਂ ਪੜ੍ਹੀਆਂ ਹੋਣੀਆਂ, ਜੇ ਨਹੀਂ ਪੜ੍ਹੀਆਂ ਤਾਂ ਪੜ੍ਹੋ। ਹੁਣ ਆਪਾਂ ਕੀ ਕਰਾ ਰਹੇ ਹਾਂ, ਆਪਾਂ ਨੋਟਸ ਦੇ ਨਾਲ 9ਵੀਂ ਤੋਂ ਲੈ ਕੇ 12ਵੀਂ ਦੀ ਕਿਤਾਬਾਂ ਹੀ ਕਰਾਵਾਂਗੇ। BA ਦੇ ਅੰਦਰ ਨਾਟਕ, ਨਾਵਲ, ਕਹਾਣੀ, ਇਕਾਂਗੀ ਹੈ ਜਿਹੜਾ ਉਹ ਵੀ ਕਰਾਵਾਂਗੇ, ਉਹਦਾ ਸੰਖੇਪ ਸਾਰ ਕਰਾਵਾਂਗੇ ਤਾਂ ਕਿ ਉਸ ਤੋਂ ਆਪਾਂ ਰੂਬਰੂ ਹੋ ਜਾਈਏ। ਤੇ ਜਿਹੜਾ ਆਪਣਾ ਬੀਕਾਨੇਰ ਯੂਨੀਵਰਸਿਟੀ ਦਾ ਬਾਈ ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ ਬੀਕਾਨੇਰ ਦਾ ਜਿਹੜਾ BA ਦਾ ਸਿਲੇਬਸ ਹੈ, ਉਹਦੇ ਵਿੱਚ ਉਹ ਆਪਾਂ ਨੂੰ ਪੜ੍ਹਨਾ ਪੜਦਾ ਹੈ ਬਈ, ਉਹ ਆਪਾਂ ਨੂੰ ਧਿਆਨ ਚ ਹੋਣਾ ਚਾਹੀਦਾ ਹੈ, ਉਹਦੇ ਵਿੱਚੋਂ ਕੁਛ ਆ ਸਕਦਾ ਹੈ।
ਆ ਚੀਜ਼ਾਂ ਹੈ ਜਿਹੜੀਆਂ ਆਪਾਂ ਨੂੰ ਸੈਕੰਡ ਗ੍ਰੇਡ ਲਈ ਇੰਨੀ ਚੀਜ਼ਾਂ ਤਾਂ ਆਪਣੇ ਟਿਪਸ ਦੇ ਉੱਤੇ ਹੋਣੀਆਂ ਚਾਹੀਦੀਆਂ ਨੇ। ਇਹਨਾਂ ਵਿੱਚ ਕੋਈ ਕਿੰਤੂ ਪਰੰਤੂ ਨਹੀਂ, ਇਹਨਾਂ ਵਿੱਚੋਂ ਕਾਫੀ ਪੇਪਰ ਆਏਗਾ ਔਰ ਆਪਣਾ ਸਿਲੈਕਸ਼ਨ ਕਰਵਾਵੇਗਾ। ਇੱਥੇ ਕੋਈ ਕਿੰਤੂ ਪਰੰਤੂ ਨਹੀਂ ਹੋਣੀ ਚਾਹੀਦੀ। ਗਿਣਵਾ ਕੰਮ ਹੈ, ਇਹ ਤਾਂ ਆਪਾਂ ਨੂੰ ਯਾਦ ਹੋਣਾ ਹੀ ਚਾਹੀਦਾ। ਇਸ ਤੋਂ ਬਾਅਦ ਅਗਰ ਤੁਸੀਂ ਕਿਤਾਬਾਂ ਪੜ੍ਹੀਏ, ਇਹ ਪਲੱਸ ਚ ਹੈ ਬਈ, ਇਹ ਤੁਹਾਡੇ ਲਈ ਪਲੱਸ ਰਹੇਗਾ। ਤੁਸੀਂ ਕੋਈ ਕਿਤਾਬਾਂ ਪੜ੍ਹੀਏ, ਜਿਵੇਂ ਮੈਂ ਬੁੱਕ ਲਿਸਟ ਦਿੱਤੀ ਹੈਗੀ ਹੈ, ਉਸ ਬੁੱਕ ਲਿਸਟ ਚੋਂ ਪੜ੍ਹੀਏ, ਜਾਂ ਤੁਹਾਡੇ ਕੋਲ ਜਿਹੜੀਆਂ ਕਿਤਾਬਾਂ ਹੈ 2 4 8 10 ਜਿਹੜੀਆਂ ਕਿਤਾਬਾਂ ਤੁਹਾਡੇ ਕੋਲ, ਉਸ ਦੇ ਅੰਦਰ ਅਗਰ ਤੁਸੀਂ ਅੰਡਰਲਾਈਨ ਲਗਾ ਰੱਖੇ, ਸਿਰਫ ਅੰਡਰਲਾਈਨ ਹੀ ਪੜੋਗੇ ਕਿਉਂਕਿ ਸਾਰੀ ਬੁੱਕਸ ਤਾਂ ਪੜ੍ਹ ਨਹੀਂ ਸਕਦੇ ਕਿਉਂਕਿ ਉਹ ਸਾਰੀਆਂ ਬੁੱਕਾਂ ਬਹੁਤ ਵੱਡੀਆਂ ਗਈਆਂ। ਜੇ ਅੰਡਰਲਾਈਨ ਵਾਲਾ ਕੋਈ ਫालतू ਚੀਜ਼ ਹੈਗੀ ਹੈ, ਤੁਹਾਨੂੰ ਲੱਗ ਰਿਹਾ ਕਿ ਮੇਰੇ ਹਿਸਾਬ ਨਾਲ ਆਹ ਚੀਜ਼ ਮੈਨੂੰ ਲਿਖ ਲੈਣੀ ਚਾਹੀਦੀ ਹੈ, ਤਾਂ ਆਹ ਚੀਜ਼ ਵੀ ਤੁਸੀਂ ਇਹਨਾਂ ਵਿੱਚ ਕਿੱਥੇ ਫਿੱਟ ਕੀਤੀ ਹੋਈ ਹੈ, ਤੁਸੀਂ ਜੋ ਨੋਟਸ ਤਿਆਰ ਕੀਤੇ ਹੈ ਉਹਨਾਂ ਵਿੱਚ ਇਹਨਾਂ ਤਿਆਰ ਕੀਤੇ, ਫਿਰ ਇਹਨਾਂ ਨੂੰ ਪੜ੍ਹਨ ਦੀ ਲੋੜ ਨਹੀਂ ਪਵੇਗੀ। ਫਿਰ ਇਹਨਾਂ ਨੂੰ ਪੜ੍ਹਨ ਦੀ ਲੋੜ ਨਹੀਂ, ਫਿਰ ਆਪਾਂ ਨੂੰ ਇੱਥੇ ਹੀ ਕੰਮ ਸਰ ਜਾਏਗਾ। ਇਸੇ ਚੀਜ਼ ਉੱਤੇ ਆਪਾਂ ਫੋਕਸ ਕਰਨਾ ਹੈ, ਫालतू ਕੁਝ ਵੀ ਨਹੀਂ ਪੜ੍ਹਨਾ। ਲੈਕਚਰ ਵਾਲੇ ਜਿਹੜੇ ਆ ਉਹ ਐਮਏ ਦੇ ਵਿੱਚ ਜੋ ਨਾਟਕ ਨਾਵਲ लगते है, कहानी है, उसनू पढ़ना है भाई। लैक्चर वाले सीनियर टीचर तो बीए तक ही, तो बीए तक पढ़ांगे। लैक्चरर वाले एमए दी किताबां है उन्होंने भी ध्यान दे विच रखणगे। आ जिहड़ियां चीज़ां हैं ये पढ़नियां बहुत जरूरी है। और लास्ट वाले 40 दिनों के अंदर सिर्फ इसी पे जोर, सिर्फ इसी पे जोर देना है तुसीं, और किसी चीज पे जोर नहीं देना। जे इधर उधर दोगे तो अपना जिहड़ा मैन मुद्दा है तत्थां तो खुंझ जाओगे। इन दे विच इन्नी स्टोरी है, इस विच इन्नी स्टोरी है, इन्ना मैटर है कि तुहानू ओ चीज़ां याद कराने की क्षमता है जिहड़ी इन्हां दे पिछे है। मान लो नोट्स बनाए, जिवें आपां नोट्स बनाए दे, तो कम से कम 50 किताबां दा सत्त कढ़िया होया, तो ये 1000 पेजां दे पिछे, 800 पेजां दे पिछे जिहड़ी कहानी है वो कम से कम 20,000 पेजां की कहानी है। 20,000 पेजां दा विषय वस्तु है, सत्त कढ़ के 1,800 तो लैके 1000 पेजां दे विच लैके आए हैं। तो उत्थों जो किताबां तुसीं पढ़ लियां ठीक है, जे ना भी पढ़ियां या उहदे चों थोड़ियां बहुत पढ़ियां, तां भी तुहाडे सामने जो स्टोरी है वो क्लीयर हो जाएगी भाई। इत्थे 9वीं तो 12वीं दी किताबां विचों किताबां चों प्रश्न आते हैं। औखा पेपर आऊगा तो घट आ जाएंगे, सौखा पेपर आऊगा तो वध आ जाएंगे। इन्हां विचों गलत अपना नहीं होना चाहिए। इस तरीके नाल आपां तैयारी करनी है। और जो पेपर दे विच गैप आ जाता है, पेपर च गैप आ गया, पंजाबी का पेपर मान लो 4-5 दिनों बाद, 3-4 दिनों बाद, तो आपां की करना है कि इन्हां नूं इस नोट्स नूं जिहड़ा है दोबारा रीडिंग देनी है, टका के नोट्स 9वीं तो 12वीं दे विच 4-5 दिनों के अंदर दोबारा रीडिंग दे देनी है अगर आपां नूं गैप मिल रहा है तो, ताकि अपने धुंधलाहट है जो वो बिल्कुल भी ना हो। और पढ़न का तरीका हमेशा आ ही रहेगा भाई। मैं तुहानूं पहला भी सर्कल नाल समझाया सी, आ तरीका बस जो चीज तुसीं तैयार करते हो ऐनू तैयार करनी है। एवें अपना घेरा वधांदे जाओ, किसी भी चीज का घेरा वधांदे जाओ। ये जिहड़ियां चीज़ां करनियां है ये सिर्फ इस तो पहला करनी है। इस तो पहला जिन्ना वड्डा घेरा तुहाडा तैयार हो गया, जिन्ना वड्डा घेरा तुहाडा तैयार हो गया उस घेरे दे विच ही रखना है। इस घेरे तो संबंधित मैं एक वीडियो बनाई दी है, फिर वो तुसीं देख सकते हो, डिस्क्रिप्शन च मैं उहदा लिंक पा दूंगा। तो इस विच अपना मैटर इन्ना ही है तो बस फिर आपां इत्थे इन्ना ही तैयार करना है, फिर बधना नहीं गा। क्योंकि हुण जिहड़ा अखीरला समय है ना 30-40 दिनों का जिहड़ा अखीरला समय होगा, अखीरला महीना होगा, इहदे विच आपां नहीं भई आ पढ़ ली, वो पढ़ ली, नहीं, सिर्फ फोकस अपने टारगेट दे उत्ते। और टेस्ट सीरीज है जिहड़ी जिंदे विच बार-बार अभ्यास करके तुहानूं ये सिखाया गया कि किवें 50-50 वाले तो बचना है। 50 वाला गलत नहीं होने देना भाई, सही कैवें करना है, कैवें विश्लेषण करना है। कल्ली टेस्ट सीरीज नहीं है भाई तुसीं प्रश्न दिते, उत्तर छांटे और बस उहदे नाल की पता लगे आपां नहीं। परंतु आ टेस्ट सीरीज तुसीं ज्वाइन करदे दा फायदा यह होगा कम से कम 150 प्लस बच्चों के रैंक आऊगी तुहाडी। 150 प्लस बच्चे जिहड़े सैकंड ग्रेड ते फर्स्ट ग्रेड च मेरे नाल जुड़े हुए हैं, तुहाडा जिहड़ा रैंक आऊगा वो आऊगा 150 बच्चों के अंदर। 150 प्लस बच्चों के तुहानूं पता लग जाएगा भाई मेरा नंबर है टॉप 10 च आ रहा है कि नहीं, टॉप 20 च आ रहा है कि नहीं। इत्थे जे तुसीं टॉप 10 टॉप 20 च रहंदे हो तो तुसीं चंगी उम्मीद रख सकते हो। जे इत्थे ही तुहाडी पार नहीं पै रही तो फिर। और एक गल होर कि टेस्ट सीरीज नूं बाद असीं समझाने आ, चंगी तरह समझाते हैं भाई इवें करके प्रश्न का विश्लेषण करना सी, आ तत्थ वाला प्रश्न सी,
ਤੁਸੀਂ ਕਿਹੜਾ ਪ੍ਰਸ਼ਨ ਕਰਨਾ ਹੈ, ਕਿਹੜਾ ਪ੍ਰਸ਼ਨ ਛੱਡਣਾ ਹੈ, ਕਿਸ ਪ੍ਰਸ਼ਨ ਨੂੰ ਹੱਥ ਪਾਣਾ ਹੈ, ਔਰ ਜੇ ਹੱਥ ਪਾ ਲਿਆ ਤਾਂ ਉਹਦਾ ਵਿਸ਼ਲੇਸ਼ਣ ਕਿਸ ਤਰੀਕੇ ਨਾਲ ਕਰਨਾ ਹੈ, ਵਿਸ਼ਲੇਸ਼ਣ क्षमता विकसित करनी है। बई हर एक ऑप्शन ते विचार करना है 50-50 चो, फिर तुहानू लग रहा है कि आ ऑप्शन ज्यादा सही हो सकता है, फिर आप उस ऑप्शन ते जाना है। फिर तुसीं घरे आके तुहाडे मन च एक किसी प्रकार का कोई एवें नहीं होगा। मैं जिन्नी बार भी पेपर दे के मेरे मन च एक कचकचाहट बिल्कुल ही नहीं सी भी आ छड़ दिंदा, आ कर दिंदा, आ छड़ दिंदा। रणनीति बिल्कुल स्पष्ट देखते हैं भाई विश्लेषण राही हो रहा, जिन्ना भी विश्लेषण नाल होंदे 20-30-50 सारे कर देने। ये ਜਿਹੜੀ ट्रेनिंग है वो भी दी जाती है। ਤੁਹਾਡੇ ਸਾਰਿਆਂ ਲਈ शुभकामनावां भाई मेरी तरफों। हैप्पी जर्नी स्कूल लैक्चरर सीनियर टीचर लगन लई। बेस्ट ऑफ लक भाई। वीडियो ਨੂੰ ਵੱਧ ਤੋਂ ਵੱਧ शेयर करो ताकि होर लोग भी लाहा लै सकन। होर ਤੁਸੀਂ ਮੈਨੂੰ कमेंट करके दस सकते हो भी गुरु जी इस दे उत्ते वीडियो बनाओ, तो मैं होर भी जिहड़ी कोई वीडियो है उस दे उत्ते तुहाडे लई लैके हाज़र हो जावांगा। धन्नवाद भाई सारिਆਂ ਦਾ ही।